ਸ਼੍ਰੀ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦੁਰ ਪਰਮ ਕਿਰਪਾਲਾ, ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸ਼ੀਸ਼ਾ, ਪੁੰਨ ਪੁੰਨ ਸ਼ੀਸ਼ਾ। ਬੰਦੋਂ ਬਾਰ ਬਾਰ ਜਗਤੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ। ਸਤਿਗੁਰ ਦੀ ਪਾਰ ਬਖਸ਼ਿਸ਼ ਮਿਹਰਮਤ ਸਦਕਾ ਨਿਰੰਕਾਰ ਪਿਤਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਮਰ ਕਥਾ। ਸ੍ਰੀ ਗੁਰੂ ਨਾਨਕ ਪ੍ਰਕਾਸ਼, ਜਿਸ ਦੇ ਕਰਤਾ ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਹਨ, ਜਿਸ ਦੀ ਕਥਾ ਆਪ ਜੀ ਪਿਛਲੇ ਦਿਨਾਂ ਤੋਂ ਸਰਵਣ ਕਰ ਰਹੇ ਹੋ। ਭਾਈ ਬਾਲਾ ਜੀ ਖਡੂਰ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਤੇ ਹੋਰ ਸਿੱਖ ਸੰਗਤਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅਮਰ ਕਥਾ ਸੁਣਾ ਰਹੇ ਨੇ। ਪਿਛਲੇ ਪ੍ਰਸੰਗ ਅੰਦਰ ਆਪ ਜੀ ਨੇ ਸਰਵਣ ਕੀਤਾ ਹੈ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਬਾਲ ਲੀਲਾ ਕਰ ਰਹੇ ਨੇ। ਪਾਂਦੇ ਕੋਲ ਪੜ੍ਹਨੇ ਪਾਇਆ ਹੈ ਮਹਿਤਾ ਕਾਲੂ ਜੀ ਨੇ, ਤਾਂ ਪਾਂਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਤੇ ਭਾਵਨਾ ਬਣਾ ਕੇ ਚਰਨਾਂ ਤੇ ਮੱਥਾ ਟੇਕਣ ਲੱਗਾ, ਬਾਰ-ਬਾਰ ਨਮਸਤਕ ਧਰਦਾ ਹੈ। ਪਾਂਦੇ ਦਾ ਵੀ ਭਲਾ ਉਪਦੇਸ਼ ਦੇ ਕੇ ਸਤਿਗੁਰਾਂ ਨੇ ਕੀਤਾ ਹੈ। ਮਦਰਸੇ ਦੇ ਵਿੱਚ ਪੜ੍ਹ ਕੇ ਸਤਿਗੁਰੂ ਸੱਚੇ ਪਾਤਸ਼ਾਹ ਘਰ ਆਉਂਦੇ ਨੇ। ਮਾਤਾ ਜੀ ਬੜੇ ਪਿਆਰ ਦੇ ਨਾਲ ਲਾਡ ਲਡਾਉਂਦੇ ਨੇ, ਪ੍ਰਸ਼ਾਦ ਪਾਣੀ ਛਕਾਉਂਦੇ ਨੇ।
ਫਿਰ ਪ੍ਰਸ਼ਾਦ ਪਾਣੀ ਛਕ ਕੇ ਬੱਚਿਆਂ ਨਾਲ ਖੇਡਣ ਚਲੇ ਜਾਂਦੇ ਨੇ। ਮਹਿਤਾ ਕਾਲੂ ਜੀ ਵੀ ਗੋਦੀ ਵਿੱਚ ਬਿਠਾ ਕੇ ਪੁੱਛਦੇ ਨੇ ਕੀ ਪੜ੍ਹਿਆ, ਤੇ ਤਤਸ਼ ਨਹੀਂ ਮੇਰੇ ਮਾਲਕ ਸੁਣਾ ਦਿੰਦੇ ਨੇ ਸਾਰਾ ਕੁਝ। ਮਹਿਤਾ ਕਾਲੂ ਜੀ ਬੜੇ ਖੁਸ਼ ਹੁੰਦੇ ਨੇ। ਇੱਕ ਦਿਨ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕੁਝ ਕੁ ਕਾਗਜ਼ ਲੈ ਕੇ ਬੈਠੇ ਨੇ, ਤਾਂ ਮਹਿਤਾ ਕਾਲੂ ਜੀ ਨੇ ਪੁੱਛਿਆ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ, ਕੀ ਪੜ੍ਹ ਰਹੇ ਹੋ ਤੇ ਬੱਚਿਆਂ ਨੂੰ ਕੀ ਪੜ੍ਹਾ ਰਹੇ ਹੋ? ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਜਿੱਥੇ ਬੈਠੇ ਸਨ, ਬੱਚੇ ਜੋ ਪੜ੍ਹ ਰਹੇ ਸਨ ਬੜੇ ਧਿਆਨ ਨਾਲ ਸੁਣਦੇ ਸਨ। ਮਹਿਤਾ ਕਾਲੂ ਜੀ ਕਹਿੰਦੇ, ਕੀ ਇਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਹੋ? ਬੱਚੇ ਇੱਧਰ ਉੱਧਰ ਥੋੜ੍ਹਾ ਵੀ ਨਹੀਂ ਝਾਕਦੇ, ਸਾਰਿਆਂ ਨੇ ਆਪਣੇ ਹਿਰਦੇ ਕਾਗਜ਼ ਵਿੱਚ ਲਾਏ ਹੋਏ ਨੇ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਐਵੇਂ ਬੈਠੇ ਨੇ ਜਿਵੇਂ ਕੋਈ ਬਹੁਤ ਵੇਦਾਂ ਦਾ ਕਰਤਾ, ਵੇਦਾਂ ਦੀ ਗਿਆਤ ਰੱਖਣ ਵਾਲਾ ਪੰਡਿਤ ਵਿਚਾਰ ਕਰਦਾ ਹੋਵੇ। ਪਿਤਾ ਜੀ ਦੇ ਕਹਿਣ ਤੇ, ਪੁੱਛਣ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮੈਂ ਸ਼ਬਦ ਸ਼ਲੋਕੀ ਗੀਤਾ ਦੇ ਅਰਥ ਪੜ੍ਹ ਰਿਹਾ ਹਾਂ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਦੋਂ ਕਿਹਾ ਕਿ ਮੈਂ ਸ਼ਬਦ ਸ਼ਲੋਕੀ ਗੀਤਾ ਦੇ ਅਰਥ ਪੜ੍ਹ ਰਿਹਾ ਹਾਂ, ਤਾਂ ਮਹਿਤਾ ਕਾਲੂ ਜੀ ਬੜੇ ਚਰਜ ਹੋਏ, ਵੇਖਣ ਵਾਸਤੇ ਕਿ ਸੱਚ ਹੈ ਜਾਂ ਝੂਠ ਹੈ। ਆਖਿਆ ਮੈਨੂੰ ਵੀ ਪੜ੍ਹ ਕੇ ਸੁਣਾਓ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਆਪਣੇ ਪਿਤਾ ਜੀ ਦੇ ਸੁਖਦਾਇਕ ਬਚਨ ਸੁਣ ਕੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਸਤਿਗੁਰੂ ਜੀ ਸ਼ਬਦ ਸ਼ਲੋਕੀ ਗੀਤਾ ਦੇ ਅਰਥ ਕਰਨ ਲੱਗ ਪੈਂਦੇ ਹਨ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਬੜੇ ਪਿਆਰ ਸਤਿਕਾਰ ਸਹਿਤ ਜਦੋਂ ਸ਼ਬਦ ਸ਼ਲੋਕੀ ਗੀਤਾ ਦੇ ਅਰਥ ਸੁਣਾਏ, ਮਹਿਤਾ ਕਾਲੂ ਜੀ ਨੇ ਸੁਣ ਕੇ ਮਨ ਵਿੱਚ ਵਿਚਾਰ ਕੀਤੀ ਤੇ ਪਾਂਧੇ ਦੇ ਵਚਨਾਂ ਨੂੰ ਚਿਤਾਰਿਆ ਕਿ ਅਨੰਤ ਬੁੱਧੀ ਦਾ ਮਾਲਕ ਹੋਵੇਗਾ। ਪਾਂਧੇ ਨੇ ਕਿਹਾ ਸੀ ਕਿ ਇਸ ਬਾਲਕ ਜਿੰਨੀ ਬੁੱਧੀ ਕਿਸੇ ਦੀ ਨਹੀਂ ਹੋ ਸਕਦੀ, ਇਸ ਬਾਲਕ ਤੋਂ ਵੱਧ ਕੋਈ ਗਿਆਨਵਾਨ ਨਹੀਂ ਦੁਨੀਆ ਦੇ ਪੂਰੇ ਬ੍ਰਹਿਮੰਡ, ਪੂਰੀ ਕਾਇਨਾਤ ਵਿੱਚ ਹੋ ਸਕਦਾ। ਤਾਂ ਆਓ ਬੜੇ ਪਿਆਰ ਨਾਲ ਇੱਥੋਂ ਪ੍ਰਸੰਗ ਸਰਵਣ ਕਰੀਏ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਅਮਰ ਕਥਾ ਸਰਵਣ ਕਰਨ ਵਾਸਤੇ ਮਨੋਬਿਰਤੀਆਂ ਇਕਾਗਰ ਕਰੋ ਤੇ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਨਕ ਗਏ ਸੁਨ ਕਰ ਸਦਨ, ਨਾਨਕ ਜਨਨੀ ਸੰਗ। ਗੁਰੂ ਜੀ ਦੇ ਪਿਤਾ ਜੀ ਬਚਨ ਸੁਣ ਕੇ ਉਸੇ ਵੇਲੇ ਘਰ ਚਲੇ ਗਏ, ਗੁਰੂ ਜੀ ਦੀ ਮਾਤਾ ਨੂੰ ਮਿਲੇ। ਬਚਨਨ ਸੋ ਬਰਨਨ ਕਰੀ, ਸਭ ਬਿਦ ਹਿਰਦੇ ਉਮੰਗ। ਧੰਨ ਮਾਤ ਤ੍ਰਿਪਤਾ ਜੀ ਨੂੰ ਜੋ ਕੁਝ ਵੇਖਿਆ ਸੀ, ਸੁਣਿਆ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਕੋਲੋਂ ਸਾਰਾ ਕੁਝ ਸੁਣਾਇਆ। ਆਪਣੇ ਹਿਰਦੇ ਦੀ ਸਾਰੀ ਗੱਲ ਆਪਣੀ ਪਤਨੀ ਅੱਗੇ ਬਿਆਨ ਕਰ ਦਿੱਤੀ। ਮਹਿਤਾ ਕਾਲੂ ਜੀ ਨੇ ਚੌਪਈ ਪ੍ਰਥਮ ਜੋਤ ਕੀ ਗੁਣ ਗਨ ਗਾਏ। ਮਹਿਤਾ ਕਾਲੂ ਜੀ ਕਹਿਣ ਲੱਗੇ ਕਿ ਜਿਹੜੇ ਪਾਂਧੇ ਨੇ ਬਚਨ ਕਹੇ ਸਨ, ਪਹਿਲਾਂ ਜੋਤਸ਼ੀ ਨੇ ਬੜੇ ਗੁਣ ਪ੍ਰਗਟ ਕੀਤੇ ਸਨ, ਪੰਡਿਤ ਹਰਦਿਆਲ ਜੀ ਨੇ, ਉਸ ਤੋਂ ਬਾਅਦ ਸ਼ੁਭ ਲੱਛਣ ਜਿਹੜੇ ਦੱਸੇ ਸਨ, ਬਿਆਨ ਕੀਤੇ ਸਨ। ਜਨਮ ਸਮੇਂ ਪੰਡਿਤ ਹਰਦਿਆਲ ਜੀ ਨੇ ਸ਼ੁਭ ਲੱਛਣ ਸਭ ਅੰਗ ਬਤਾਏ, ਸਾਰੇ ਸ਼ੁਭ ਲੱਛਣਾਂ ਸਹਿਤ ਸ਼ੁਭ ਅੰਗ ਜਿਹੜੇ ਦੱਸੇ ਸੀ। ਹਾਂਜੀ, ਹੁਣ ਪਾਂਦੇ ਗੋਪਾਲ ਬਖਾਨਾ। ਫਿਰ ਪਾਂਧੇ ਗੋਪਾਲ ਨੇ ਕਿਹਾ ਸੀ ਕਿ ਸੁਤ ਤੁਮਰੋ ਅਤਿਸ਼ੈ ਮਤਵਾਨਾ। ਤੁਹਾਡਾ ਪੁੱਤਰ ਵੱਡੀ ਬੁੱਧੀ ਦਾ ਮਾਲਕ ਹੋਵੇਗਾ, ਬਹੁਤ ਵੱਡੀ ਵਿਸ਼ਾਲ ਬੁੱਧੀ ਦਾ ਮਾਲਕ ਹੈ। ਪੰਡਿਤ ਗੋਪਾਲ ਨੇ ਵੀ ਕਹੇ ਸਨ। ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਨੂੰ ਦੱਸ ਰਹੇ ਹਨ, ਬਾਰਕ ਮੈਂ ਕਾਗਦ ਲੀਨੇ। ਆਖਿਆ ਹੁਣ ਬਾਲਕ ਨੇ ਸਬਤ ਸ਼ਲੋਕੀ ਗੀਤਾ ਦੇ ਕਾਗਜ਼ ਹੱਥ ਵਿੱਚ ਲਏ ਹੋਏ ਨੇ। ਖੇਲ ਤੁਹ ਤੋਂ ਪ੍ਰੀਤ ਚਿਤ ਚੀਨੇ। ਆਪਣੀ ਮਨ ਭਾਉਂਦੀ ਪ੍ਰੀਤ ਭਰੀ ਖੇਡ ਖੇਡਣ ਲੱਗੇ ਹਨ। ਮੈਂ ਪੁੱਛਿਓ ਕਿਆ ਖੇਲ ਹੋ ਤਾਤਾ। ਮਹਿਤਾ ਕਾਲੂ ਜੀ ਕਹਿਣ ਲੱਗੇ, ਮੈਂ ਪੁੱਛਿਆ ਕਿ ਮੇਰਾ ਪੁੱਤਰ ਕੀ ਖੇਡ ਖੇਡ ਰਿਹਾ ਹੈ, ਕਿਹੜੀ ਖੇਡ ਖੇਡ ਰਿਹਾ ਮੇਰਾ ਪੁੱਤਰ? ਅੰਦਰ ਗਿਰਾ ਕਹੀ ਸੁਖ ਦਾਤਾ। ਪਰ ਮਹਿਤਾ ਕਾਲੂ ਜੀ ਕਹਿੰਦੇ, ਪਰ ਸੁੱਖਾਂ ਦੇ ਦਾਤੇ ਨੇ ਸੁੰਦਰ ਬਾਣੀ ਦਾ ਉਚਾਰਨ ਕੀਤਾ ਹੈ।
ਸਾਰਾ ਜੋ ਕੁਝ ਸੁਣਿਆ ਵੇਖਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਮਹਿਤਾ ਕਾਲੂ ਜੀ ਮਾਤਾ ਤ੍ਰਿਪਤਾ ਜੀ ਨੂੰ ਦੱਸ ਰਹੇ ਨੇ। ਹਾਂਜੀ। ਸ਼ਬਦ ਸ਼ਲੋਕੀ ਗੀਤਾ ਭਾਖੀ। ਆਖਿਆ ਤ੍ਰਿਪਤਾ ਸ਼ਬਦ ਸ਼ਲੋਕੀ ਗੀਤਾ ਉਸਨੇ ਇੰਜ ਪੜ੍ਹੀ ਜਿਵੇਂ ਜਨ ਪੰਡਤ ਤੇ ਪੜ ਕਰ ਰਾਖੀ। ਜਿਵੇਂ ਕੋਈ ਸ੍ਰੇਸ਼ਟ ਬੁੱਧੀ ਦਾ ਮਾਲਕ ਪੰਡਤ, ਜੇ ਪੰਡਤ ਨੇ ਪਹਿਲਾਂ ਹੀ ਪੜ੍ਹ ਕੇ ਰੱਖੀ ਹੋਵੇ, ਇਸ ਤਰ੍ਹਾਂ ਉਹਨੇ ਸ਼ਬਦ ਸ਼ਲੋਕੀ ਗੀਤਾ ਦੇ ਅਰਥ ਪੜ੍ਹੇ ਨੇ। ਹਵ ਤੋ ਮਤ ਗੁਣਵਾਨਨ ਜੈਸੀ। ਹੁਣੇ ਹੀ ਉਸ ਦੀ ਬੁੱਧੀ ਵੱਡੀ ਗੁਣੀਆਂ ਗਿਆਨੀਆਂ ਵਾਲੀ ਹੈ। ਵੱਡੇ ਹੋਏ ਕਿਆ ਜਾਣੈ ਕੈਸੀ। ਵੱਡੇ ਹੋ ਕੇ ਪਤਾ ਨਹੀਂ ਕਿਸ ਤਰ੍ਹਾਂ ਦੀ ਬੁੱਧੀ ਹੋ ਜਾਵੇ, ਪਰ ਹੁਣ ਤਾਂ ਇਹਦੀ ਵੱਡੇ ਗਿਆਨੀਆਂ ਵਾਲੀ ਵੱਡੇ ਗੁਣੀਆਂ ਵਾਲੀ ਬੁੱਧੀ ਹੈ। ਸੁਨ ਪੁਨ ਕਹਿਤ ਭਈ ਗੁਰ ਮਾਤਾ। ਇਹ ਸੁਣ ਕੇ ਗੁਰੂ ਜੀ ਦੀ ਮਾਤਾ ਨੇ ਕਿਹਾ, ਸ਼ੁਭ ਲਛਣ ਇਸ ਮੈਂ ਬਖਿਆਤਾ। ਆਖਿਆ ਮੇਰੇ ਪੁੱਤਰ ਵਿੱਚ ਸਾਰੇ ਸ਼ੁਭ ਲੱਛਣ ਪ੍ਰਗਟ ਹੋਏ ਨੇ, ਜੋ ਜੋਤਸ਼ੀ ਨੇ ਪੰਡਤ ਹਰਦਿਆਲ ਜੀ ਨੇ ਦੱਸੇ ਸਨ। ਬਦਨ ਪ੍ਰਸੰਨ ਕਮਲ ਜਿਮ ਬਿਕਸਾ। ਮੁਖੜਾ ਉਸਦਾ ਹਰ ਵੇਲੇ ਕਮਲ ਦੇ ਫੁੱਲ ਵਾਂਗ ਖਿੜਿਆ ਰਹਿੰਦਾ ਹੈ। ਮਾਤਾ ਜੀ ਕਹਿ ਰਹੇ ਨੇ ਮਹਿਤਾ ਕਾਲੂ ਜੀ ਨੂੰ, ਰੋਦਨ ਸ਼ਬਦ ਨਾ ਮੁਖਤੇ ਨਿਕਸਾ। ਰੋਣ ਦੀ ਆਵਾਜ਼ ਕਦੇ ਵੀ ਮੁਖ ਵਿੱਚੋਂ ਨਹੀਂ ਨਿਕਲੀ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ, ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਿਤਾ। ਮਾਤਾ ਜੀ ਕਹਿਣ ਲੱਗੇ ਕਦੀ ਰੋਣ ਦੀ ਆਵਾਜ਼ ਰਸਨਾ ਤੋਂ ਨਹੀਂ ਨਿਕਲੀ, ਮੁਖ ਚੋਂ ਨਹੀਂ ਨਿਕਲੀ। ਰੋ ਪਈ ਸਿਸ ਮੈਂ ਖੇਲਤ ਦੇਤ ਨਾ ਗਾਰੀ। ਵੱਡੀ ਗੱਲ ਇਹ ਹੈ ਕਿ ਜਦੋਂ ਬੱਚਿਆਂ ਨਾਲ ਖੇਡਦੇ ਨੇ ਕਿਸੇ ਨੂੰ ਗਾਲੀ ਗਲੋਚ ਨਹੀਂ ਕਰਦੇ, ਕਿਸੇ ਨੂੰ ਫਿੱਕੇ ਬਚਨ ਨਹੀਂ ਬੋਲਦੇ। ਹਾਂਜੀ। ਨਾਰੇ ਉਹਨਾਂ ਕਿਸ ਸੋ ਮਧੁਰ ਉਚਾਰੀ। ਫਿਰ ਇਹ ਕਿਸੇ ਨਾਲ ਲੜਦੇ ਵੀ ਨਹੀਂ, ਸਦਾ ਮਿੱਠੇ ਬੋਲ ਬੋਲਦੇ ਹਨ। ਨਰ ਨਾਰੀ ਸਭ ਕਰਤ ਵਡਾਈ। ਮਹਿਤਾ ਕਾਲੂ ਜੀ ਨੂੰ ਦੱਸ ਰਹੇ ਨੇ ਸਾਰੇ ਨਰ ਨਾਰੀਆਂ ਉਸ ਦੀ ਵਡਿਆਈ ਕਰਦੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਨਰ ਨਾਰੀਆਂ ਉਸ ਦੀ ਵਡਿਆਈ ਕਰਦੇ ਹਨ। ਸੰਗ ਫਿਰੇ ਬਾਰਕ ਬਰਿਆਈ। ਸਾਰੇ ਬਾਲਕ ਹਰ ਵੇਲੇ ਉਸ ਦੇ ਨਾਲ ਘੁੰਮਦੇ ਹਨ। ਮ੍ਰਿਤ ਨਰਨ ਜਿਉ ਭਰੇ ਕਹਾਣੀ। ਵੱਡੇ ਮਨੁੱਖਾਂ ਵਾਂਗੂ ਕਹਾਣੀ ਸੁਣਾਉਂਦੇ ਹਨ। ਬਾਲ ਵਿਸਾਲ ਸੁਨੇ ਹਿਤ ਦਾ। ਸਾਰੇ ਬਾਲਕ ਪਿਆਰ ਨਾਲ ਕਹਾਣੀਆਂ ਸੁਣਦੇ ਹਨ। ਮਾਤ ਪਿਤਾ ਸੁਤ ਉਸਤਤ ਕਰ ਕਰ। ਮਾਤਾ ਪਿਤਾ ਪੁੱਤਰ ਦੀ ਉਸਤਤ ਕਰਕੇ। ਔਰ ਆਮੋਦ ਸੰਗ ਤੇ ਭੈ ਗਹਿ ਪਰ। ਪੁੱਤਰ ਦੀ ਉਸਤਤ ਕਰਕੇ ਖੁਸ਼ੀ ਨਾਲ ਸਰਸ਼ਾਰ ਹੋਏ। ਸ੍ਰੀ ਨਾਨਕ ਖੇਲ ਮਚਾਵਤ। ਉਧਰ ਜਦ ਗੁਰੂ ਨਾਨਕ ਸਾਹਿਬ ਜੀ ਖੇਲ ਆਰੰਭ ਕਰਦੇ ਹਨ। ਤਲਵੰਡੀ ਕੀ ਬੀਥੀ ਧਾਵਤ। ਬੀਥੀ ਦੇ ਅਰਥ ਨੇ ਗਲੀਆਂ। ਤਲਵੰਡੀ ਦੀਆਂ ਗਲੀਆਂ ਵਿੱਚ ਧਾਵਾ ਬੋਲ ਦਿੰਦੇ ਨੇ ਮੇਰੇ ਪਾਤਸ਼ਾਹ। ਬਾਲਾ ਪ੍ਰੀਤਮ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਾਲ ਲੀਲਾ ਕਰਦੇ ਨੇ। ਰਾਏ ਭੋਏ ਦੀ ਤਲਵੰਡੀ ਦੇ ਵਿੱਚ ਗਲੀਆਂ ਦੇ ਵਿੱਚ ਇੰਨੀ ਖੇਲ ਮਚਾਉਂਦੇ ਨੇ ਕਿ ਧਾਵਾ ਬੋਲ ਦਿੰਦੇ ਨੇ ਆਪਣੇ ਸਾਥੀਆਂ ਸਮੇਤ। ਛੜੇ ਤਰੋਵਰ ਜਸਪਦ ਕੂਦ ਹੈ। ਦਰਖਤਾਂ ਤੇ ਚੜ੍ਹਦੇ ਹਨ ਤੇ ਛੇਤੀ ਛੇਤੀ, ਜਸਪਦ ਦੇ ਅਰਥ ਨੇ ਛੇਤੀ ਛੇਤੀ ਛਾਲਾ ਮਾਰਦੇ ਹਨ। ਸਿਸ ਕੋ ਸਿਸ ਮਿਲ ਲੋਚਨ ਮੁੰਦ ਹੈ। ਜਦੋਂ ਬਾਲਕ ਇੱਕ ਦੂਜੇ ਨੂੰ ਤੇ ਵੇਖ ਕੇ ਅੱਖਾਂ ਮੀਟਦੇ ਹਨ। ਹਾਂਜੀ। ਭਾਗ ਚਲੇ ਨਹਿ ਦੇਤ ਗਹਾਈ। ਗੁਰੂ ਜੀ ਭੱਜ ਜਾਂਦੇ ਨੇ ਬਾਲਕਾਂ ਦੇ ਅੱਗੇ, ਕਿਸੇ ਪਾਸੋਂ ਫੜੇ ਨਹੀਂ ਜਾਂਦੇ ਮੇਰੇ ਪਾਤਸ਼ਾਹ। ਹੱਥ ਲਗਤਾ ਕਰ ਸਵੈ ਹੈ ਦਾਈ। ਬਾਲ ਲੀਲਾ ਕਰ ਰਹੇ ਨੇ। ਬੜੀ ਤੇਜ਼ੀ ਨਾਲ ਦਾਈ ਖਿਡਾਰੀ ਨੂੰ ਹੱਥ ਲਾਉਂਦੇ ਹਨ। ਦਾਈ ਇੱਕ ਇੱਕ ਕੋ ਲੈ ਕੰਧ ਉਚਾਈ। ਇੱਕ ਇੱਕ ਨੂੰ ਮੋਢਿਆਂ ਤੇ ਚੁੱਕ ਕੇ ਉੱਥੇ ਲੈ ਜਾਂਦੇ ਸੱਚੇ ਪਾਤਸ਼ਾਹ ਜਿੱਥੇ ਨਿਸ਼ਾਨੀ ਜਹਾਂ ਬਣਾਈ। ਜਿੱਥੇ ਲਿਜਾਣ ਦੀ ਨਿਸ਼ਾਨੀ ਬਣਾਈ ਹੋਵੇ। ਬਾਲਕ ਬੱਚਿਆਂ ਦੀ ਖੇਡ ਹੈ ਨਾ, ਦੂਰ ਨਿਸ਼ਾਨੀ ਲਾ ਦੇਣੀ ਬੱਚਿਆਂ ਨੂੰ। ਜਿਹਦੇ ਸਿਰ ਵਾਰੀ ਹੋਣੀ ਉਹਨੇ ਦੂਜੇ ਬੱਚੇ ਨੂੰ ਮੋਢੇ ਤੇ ਚੁੱਕ ਕੇ ਤੇ ਉਹ ਨਿਸ਼ਾਨੀ ਤੱਕ ਛੱਡ ਕੇ ਆਉਣਾ। ਇਹ ਬਾਲ ਲੀਲਾ ਮੇਰੇ ਪਾਤਸ਼ਾਹ ਜੀ ਨੇ ਕੀਤੀ ਹੈ। ਹਾਂਜੀ। ਜਹ ਬਹੁ ਧੂਰ ਬਣਾ ਢੇਰੀ। ਫਿਰ ਕੀ ਕਰਦੇ ਨੇ? ਜਿੱਥੇ ਬਹੁਤ ਧੂੜ ਵੇਖਦੇ ਨੇ, ਮਿੱਟੀ ਵੇਖਦੇ ਨੇ, ਬਦ ਬਦ ਕੂਦ ਕੁਲਾਚਨ ਕੇਰੀ। ਫਿਰ ਉੱਥੇ ਮਿੱਟੀ ਦੀ ਢੇਰੀ ਬਣਾ ਲੈਂਦੇ ਨੇ ਸੱਚੇ ਪਾਤਸ਼ਾਹ। ਬੇਦੀ ਬੰਸਨ ਕੇ ਸਚਾਰੂ। ਫਿਰ ਸ਼ਰਤਾਂ ਲਾ ਕੇ ਤੇ ਛਾਲਾਂ ਮਾਰਦੇ ਨੇ। ਬੇਦੀ ਵੰਸ਼ ਦੇ ਸੁੰਦਰ ਬਾਲ, ਸੁੰਦਰ ਗਹਿਣੇ ਵਸਤਰ ਪਾਉਂਦੇ ਹਨ। ਜਿਨ ਪੈਰੇ ਭੂਖਣ ਧੁਰ ਕਾ। ਬੜੇ ਸੁੰਦਰ ਵਸਤਰ ਤੇ ਭੂਖਣ ਪਹਿਰੇ ਨੇ। ਬੇਦੀ ਕੁਲ ਦੇ ਬਾਲ ਸੁੰਦਰ ਨੇ ਸਾਰੇ, ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵੀ ਖੇਡਦੇ ਨੇ।
ਤੇ ਆਪਣੀ ਧੁਨ ਦੇ ਪੱਕੇ ਹਨ। ਉਹ ਬੈਸਨ ਕੇ ਸਿਸ ਤੇ ਥਾਈ ਬਾਣੀਆਂ ਦੇ ਪੁੱਤਰ ਉਸ ਥਾਂ ਤੇ ਬੈਠਦੇ ਹਨ ਜਿੱਥੇ ਕਾਕ ਪਖ ਜਿਨ ਸੀਸ ਬਣਾਈ ਇੱਕ ਬਾਲਕ ਦੇ ਸਿਰ ਤੇ ਕਾਕ ਪੰਖ ਬਣਾਇਆ ਹੋਵੇ। ਵਿਪਰਨ ਕੇ ਬਾਲਕ ਮਿਲ ਮਿਰੰਦਾ ਬ੍ਰਾਹਮਣਾਂ ਦੇ ਬਾਲਕ ਵੀ ਮਿਲ ਕੇ ਖੇਡਦੇ ਨੇ, ਬਾਣੀਆਂ ਦੇ ਬਾਲਕ ਵੀ ਮਿਲ ਕੇ ਖੇਡਦੇ ਹਨ। ਹਾਂਜੀ, ਤਜੇਨ ਸੰਗ ਮੁਕੰਦਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸਾਰੇ ਬਾਲਕ ਜਿਹੜੇ ਨੇ, ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਉਹ ਸਾਥ ਨਹੀਂ ਛੱਡਦੇ। ਕੀ ਬਾਣੀਆਂ ਦੇ ਪੁੱਤਰ, ਕੀ ਬ੍ਰਾਹਮਣਾਂ ਦੇ ਪੁੱਤਰ, ਕੀ ਬੇਦੀਆਂ ਦੇ ਪੁੱਤਰ, ਗੁਰੂ ਨਾਨਕ ਸਾਹਿਬ ਜੀ ਦਾ ਸੰਗ ਨਹੀਂ ਛੱਡਦੇ। ਇੱਕ ਵਾਰ ਬਾਰਕ ਜੋ ਆਇਓ ਇੱਕ ਵਾਰ ਜਿਹੜਾ ਬਾਲਕ ਗੁਰੂ ਨਾਨਕ ਦੇਵ ਜੀ ਨੂੰ ਆ ਕੇ ਮਿਲਦਾ ਹੈ ਉਹਨੇ ਆਵੇ ਨਿਤ ਚਿਤ ਬਿਰਮਾਇਓ ਉਹ ਸਦਾ ਵਾਸਤੇ ਹੀ ਗੁਰੂ ਨਾਨਕ ਸਾਹਿਬ ਦਾ ਹੋ ਜਾਂਦਾ ਹੈ। ਬਾਰ-ਬਾਰ ਆਉਂਦਾ ਹੈ, ਫਿਰ ਸਦਾ ਹੀ ਆਉਂਦਾ ਰਹਿੰਦਾ ਹੈ, ਆਪਣੇ ਚਿੱਤ ਨੂੰ ਪ੍ਰਸੰਨ ਕਰਦਾ ਹੈ। ਗੁਰ ਭਾਗ ਜਾਗੇ ਜਿਨ ਮਾਥੇ ਜਿਸ ਦੇ ਵੱਡੇ ਭਾਗ ਜਾਗਦੇ ਹਨ ਮਸਤਕ ਦੇ। ਇਸ ਪਰਸ਼ਨ ਬੋਲਤ ਸਾਥੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿੱਡੇ ਵੱਡੇ ਭਾਗ ਹੋਣਗੇ ਨਾ ਉਹਨਾਂ ਬੱਚਿਆਂ ਦੇ, ਬਾਲਾਂ ਦੇ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਬਾਲ ਸਖਾ ਹੋਣਗੇ, ਜਿਹੜੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਖੇਡੇ ਹੋਣਗੇ ਸੁਲਤਾਨ ਰਾਏ ਭੋਏ ਦੀ ਤਲਵੰਡੀ ਦੀਆਂ ਗਲੀਆਂ ਦੇ ਵਿੱਚ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿਸ ਦੇ ਮਸਤਕ ਦੇ ਵੱਡੇ ਭਾਗ ਜਾਗਦੇ ਨੇ ਉਹ ਗੁਰੂ ਜੀ ਨੂੰ ਮਿਲਦੇ ਹਨ, ਉਹਨਾਂ ਦਾ ਸਾਥ ਮਾਣਦੇ ਹਨ। ਰਾਜ ਛੰਦ ਸਿਸੋ ਵਿਖੇ ਬਿਨਾ ਲਖੇ ਆ ਖੇਲ 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 ਹੀ ਉਹ ਬਾਲਕਾਂ ਵਿੱਚ ਵੇਖਣ ਤੋਂ ਬਗੈਰ ਹੀ ਜਿਹੀਆਂ ਖੇਡਾਂ ਵੀ ਖੇਡਦੇ ਹਨ। ਨਾਏ ਬ੍ਰਿੰਦ ਬਾਲ ਕੋ ਪਹਿੇਲ ਲਾਲ ਮੇਲ ਹੀ ਜਿਹੜੀਆਂ ਪਹਿਲਾਂ ਕਦੇ ਨਹੀਂ ਖੇਡੀਆਂ ਗਈਆਂ, ਐਸੀਆਂ ਖੇਡਾਂ ਵੀ ਮੇਰੇ ਪਾਤਸ਼ਾਹ ਖੇਡਦੇ ਨੇ। ਗਰੀਬ ਨਵਾਜ ਸਤਿਗੁਰੂ ਧਰਾ ਸਰੀਰ ਹੇਤ ਦੰਭ ਮਾਨ ਕੋ ਨਕੰਦਨਾ ਲਾਲ ਜੀ ਬਹੁਤੇ ਬਾਲਾਂ ਨੂੰ ਬੁਝਾਰਤਾਂ ਪਾਉਂਦੇ ਨੂੰ, ਦੰਭ ਤੇ ਪਖੰਡ ਨੂੰ ਕੱਟਣ ਵਾਸਤੇ ਸਰੀਰ ਧਾਰਨ ਕੀਤਾ ਹੈ। ਸੰਤੋਖ ਸਿੰਘ ਬੰਦ ਦੋ ਕਰੀ ਮੁਕੰਦ ਬੰਦਨਾ ਇੱਥੇ ਭਾਈ ਸੰਤੋਖ ਸਿੰਘ ਜੀ ਭਾਵਨਾ ਸਹਿਤ ਦੋਵੇਂ ਹੱਥ ਜੋੜ ਕੇ ਕਹਿੰਦੇ ਮੈਂ ਮੁਕਤੀ ਦੇ ਦਾਤੇ ਦੇ ਅੱਗੇ ਚਰਨਾਂ ਤੇ ਬੰਦਨਾ ਕਰਦਾ। ਸੰਤੋਖ ਸਿੰਘ ਬੰਦ ਦੋ ਕਰੀ ਮੁਕੰਦ ਬੰਦਨਾ, ਮੁਕਤੀ ਦੇ ਦਾਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਬੰਦਨਾ ਕਰਦਾ ਹਾਂ। ਕਬਿਤ ਬਾਣ ਜਿਮ ਲਸ਼ ਪਰ ਤੀਰ ਜਿਵੇਂ ਨਿਸ਼ਾਨੇ ਉੱਤੇ ਹੈ। ਹੁਣ 8ਵਾਂ ਅਧਿਆਇ ਆਰੰਭ ਹੋਇਆ ਸਾਧ ਸੰਗਤ ਜੀ। ਇਸ ਅਧਿਆਇ ਦੇ ਵਿੱਚ ਮੁੱਲਾਂ ਦੇ ਕੋਲ ਮਹਿਤਾ ਕਾਲੂ ਜੀ ਪੜ੍ਹਨੇ ਪਾਉਣਗੇ ਮਦਰਸੇ ਦੇ ਵਿੱਚ, ਤੇ ਮੁੱਲਾਂ ਨੂੰ ਉਪਦੇਸ਼ ਦੇਣਗੇ। ਜਿਵੇਂ ਪਹਿਲਾਂ ਗੋਪਾਲਨਾਮੇ ਪਾਂਧੇ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਰਤਾਰਥ ਕੀਤਾ, ਨਿਹਾਲ ਕੀਤਾ, ਹੁਣ ਮੁੱਲਾਂ ਨੂੰ ਸੱਚੇ ਪਾਤਸ਼ਾਹੀ ਸਾਡੇ 8ਵੇਂ ਪੂਰਬਾਰਧ ਦੇ ਅਧਿਆਏ ਦੇ 8ਵੇਂ ਅਧਿਆਏ ਦੇ ਅੰਦਰ ਭਾਈ ਸੰਤੋਖ ਸਿੰਘ ਜੀ ਜਿਹੜਾ ਉਹਨਾਂ ਦਾ ਬਖਸ਼ਿਸ਼ ਹੈ, ਭਾਵਨਾ ਹੈ ਕਿ ਅਧਿਆਏ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਦੇ ਪ੍ਰਤੀ ਚਰਨਾਂ ਤੇ ਬੰਦਨਾ ਕਰਦੇ ਨੇ ਤੇ ਮੰਗਲਾਚਰਨ ਉਚਾਰਨ ਕਰਦੇ ਨੇ। ਹਰ ਅਧਿਆਏ ਆਰੰਭ ਜਿੱਥੋਂ ਹੁੰਦਾ ਹੈ ਉੱਥੇ ਮੰਗਲਾਚਰਨ ਆਰੰਭ ਕਰਦੇ ਨੇ। ਮੰਗਲਾਚਰਨ ਕਰਕੇ ਬਾਣ ਜਿਮ ਲਸ਼ ਪਰ ਜਿਵੇਂ ਤੀਰ ਨਿਸ਼ਾਨੇ ਉੱਤੇ, ਭਦਰ ਦਸ਼ ਪਰ ਸ਼ਿਵਗਣ ਜਿਵੇਂ ਸ਼ਿਵ ਜੀ ਦੇ ਸਹੁਰੇ 10 ਉੱਤੇ, ਨਦੀ ਮਦ ਮਸ਼ ਪਰ ਨਦੀਆਂ ਵਿੱਚ ਮੱਛੀਆਂ ਉੱਤੇ ਜਿਵੇਂ ਮਛੇਰਾ ਜਾਲ ਪਾਉਣ ਵਿੱਚ ਬਲਵਾਨ ਹੈ। 10 ਜਾਲ ਪਾਨ ਹੈ 10 ਜਾਲ ਪਾਨ ਹੈ, ਜਿਵੇਂ ਜਾਲ ਪਾਉਣ ਵਿੱਚ ਮੱਛੀਆਂ ਤੇ ਮਛੇਰਾ ਬਲਵਾਨ ਹੈ ਨਾ। ਫਿਰ ਸੁਣੋ, ਜਿਵੇਂ ਤੀਰ ਨਿਸ਼ਾਨੇ ਉੱਤੇ, ਸ਼ਿਵਗਣ ਜਿਵੇਂ ਸ਼ਿਵ ਜੀ ਦੇ ਸਹੁਰੇ 10 ਉੱਤੇ, ਨਦੀ ਵਿੱਚ ਮੱਛੀਆਂ ਉੱਤੇ ਜਿਵੇਂ ਮਛੇਰਾ ਜਾਲ ਪਾਉਣ ਵਿੱਚ ਬਲਵਾਨ ਹੈ। ਸ਼ੇਰ ਜਿਮ ਭਸ਼ ਪਰ ਸ਼ੇਰ ਜਿਵੇਂ ਸ਼ਿਕਾਰ ਉੱਤੇ, ਹਾਂਜੀ, ਬਾਜ ਜਿਮ ਪਸ਼ ਪਰ ਬਾਜ ਜਿਵੇਂ ਪੰਛੀ ਉੱਤੇ, ਹਾਂਜੀ, ਬਿੜਾ ਲਸ਼ ਪਰ ਚੰਡੀ ਜਿਵੇਂ ਬਿੜਾ ਲਸ਼, ਬਿੱਲੀਆਂ ਅੱਖਾਂ ਵਾਲਾ ਦੈਂਤ ਜਿਹੜਾ ਉਹਦੇ ਉੱਤੇ ਭਾਰੂ ਹੈ। ਕੀਨ ਦੁੱਤ ਹਾਨ ਹੈ ਜਿਵੇਂ ਉਹਦੇ ਉੱਪਰ ਭਾਰੂ ਹੈ ਨਾ, ਜਿਵੇਂ ਚੰਡੀ ਬਿੜਾ ਲਸ਼ ਬਿੱਲੀਆਂ ਵਾਲੀਆਂ ਅੱਖਾਂ ਵਾਲਾ ਦੈਂਤ ਜਿਹੜਾ ਹੈ ਨਾ
ਉਹਦੇ ਉੱਤੇ ਭਾਰੂ ਹੈ ਚੰਡੀ। ਰਾਮ ਛਿਤ ਪਾਲ ਪਰ ਪਰਸਰਾਮ ਜਿਵੇਂ ਛਤਰੀਆਂ ਉੱਤੇ, ਹਾਂਜੀ। ਰਾਮ ਸੁਰ ਸਾਲ ਪਰ ਰਾਮਚੰਦਰ ਜੀ ਰਾਵਣ ਉੱਤੇ, ਹਾਂਜੀ। ਰਾਮ ਭਗ ਪਾਲ ਪਰ ਬਲਰਾਮ ਜਰਾਸਿੰਧ ਉੱਤੇ। ਖਬਰਦਾਰ ਭਾਵ ਭਾਰੂ ਹੈ ਪਰ ਜੈਸੇ ਸਾਵਧਾਨ ਹੈ। ਰਾਮ ਛਿਤ ਪਾਲ ਪਰ ਰਾਮ ਸੁਰ ਸਾਲ ਪਰ ਰਾਮ ਮਗ ਪਾਲ ਪਰ ਜੈਸੇ ਸਾਵਧਾਨ ਹੈ। ਕੈਸੀ ਸੁੰਦਰ ਕਾਵ ਰਚਨਾ ਭਾਈ ਸੰਤੋਖ ਸਿੰਘ ਜੀ ਰਚ ਰਹੇ ਨੇ। ਸਾਰਾ ਜੇ ਕਵਿਤ ਪੜ੍ਹੋਗੇ ਬੜਾ ਆਨੰਦ ਆਵੇ। ਜਦੋਂ ਕਵਿਤ ਦੇ ਪੜ੍ਹਨ ਦੀ ਤੁਹਾਨੂੰ ਚਾਲ ਪ੍ਰਾਪਤ ਹੋ ਗਈ ਨਾ, ਜਿਵੇਂ ਆਰੰਭ ਵਿੱਚ ਦੱਸਿਆ ਸੀ ਕਿ ਕਵਿਤ ਦੀ ਆਪਣੀ ਚਾਲ ਹੈ, ਸਵਈਏ ਦੀ ਆਪਣੀ ਚਾਲ ਹੈ, ਸੋਰਠੇ ਦੀ ਆਪਣੀ ਚਾਲ ਹੈ, ਨਰਾਜ ਛੰਦ ਦੀ ਆਪਣੀ ਚਾਲ ਹੈ। ਇਹ ਸਾਰੀ ਕਾਵ ਸ਼ੈਲੀ ਹੈ, ਕਾਵਲ ਰਚਨਾ ਹੈ। ਸਾਰਾ ਕਵਿਤ ਪੜ੍ਹੋਗੇ ਨਾ, ਬਾਣ ਜੇ ਮਲਸ਼ ਪਰ ਵੀਰ ਭਦਰ ਦਸ਼ ਪਰ ਨਦੀ ਮੱਧ ਮਛ ਪਰ ਦਾਸ ਜਾਲ ਪਾਨ ਹੈ। ਅਗਲੀ ਪੰਕਤੀ ਅੰਦਰ ਸ਼ੇਰ ਜਿਮ ਭਛ ਪਰ ਬਾਜ ਜਿਮ ਪਛ ਪਰ ਚੰਡ ਬਿੜਾ ਲਛ ਪਰ ਕੀਨ ਦੁੱਤ ਹਾਨ ਹੈ। ਰਾਮ ਛਿਤ ਪਾਲ ਪਰ ਪਰਸਰਾਮ, ਇੱਥੇ ਰਾਮ ਦੇ ਅਰਥ ਨੇ ਪਰਸਰਾਮ। ਪਰਸਰਾਮ ਜਿਵੇਂ ਛਤਰੀਆਂ ਉੱਤੇ। ਅੱਗੇ ਫਿਰ ਰਾਮ ਆਇਆ, ਰਾਮ ਸੁਰਸਾਲ ਪਰ। ਸੁਰਸਾਲ ਦੇ ਅਰਥ ਨੇ ਰਾਵਣ। ਰਾਮ ਜੀ ਜਿਵੇਂ ਰਾਮਚੰਦਰ ਜੀ ਜਿਵੇਂ ਰਾਵਣ ਉੱਤੇ, ਤੇ ਰਾਮ ਮਗ ਪਾਲ ਪਰ। ਇੱਥੇ ਰਾਮ ਦੇ ਅਰਥ ਨੇ ਬਲਰਾਮ, ਮਗਪਾਲ ਦੇ ਅਰਥ ਨੇ ਜਰਾਸੰਧ। ਜਰਾਸਿੰਧ ਉੱਤੇ ਜੈਸੇ ਸਾਵਧਾਨ ਹੈ, ਹਾਂਜੀ। ਸ਼ਕਰ ਜਿਮ ਕੋਹ ਪਰ ਫਿਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇੰਦਰ ਜਿਵੇਂ ਪਹਾੜ ਉੱਤੇ, ਚੱਕਰ ਹਰ ਦਰੋਹ ਪਰ। ਵਿਸ਼ਨੂੰ ਦਾ ਚੱਕਰ ਜਿਵੇਂ ਵਿਰੋਧੀਆਂ ਉੱਤੇ ਭਾਰੂ ਹੈ, ਸਿੱਖ ਮੋਹ ਪਰ। ਇੰਜੀ ਗੁਰੂ ਦਾ ਸਿੱਖ ਮੋਹ ਉੱਤੇ ਐਸੇ ਬਲਵਾਨ ਹੈ, ਭਾਰੂ ਅਤੇ ਬਲਵਾਨ ਹੈ। ਸਿੱਖ ਮੋਹ ਨੂੰ ਮਾਰ ਲੈਂਦਾ ਹੈ। ਵੇਖੋ ਕਿੰਨੇ ਪ੍ਰਮਾਣ ਦੇ ਕੇ ਇੱਕ ਕਵਿਤ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ। ਐਵੇਂ ਤਾਂ ਫੇਸਬੁੱਕ ਦੇ ਉੱਪਰ ਉਂਗਲਾਂ ਚਲਾਉਂਦੇ ਅਸੀਂ ਬੈਠੇ ਭਾਈ ਸੰਤੋਖ ਸਿੰਘ ਤੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਤੇ ਟਿੱਪਣੀ ਕਰਨ ਤੋਂ ਬਿਨਾਂ ਸਾਨੂੰ ਕੋਈ ਹੋਰ ਰਾਹ ਨਹੀਂ, ਕਿਉਂਕਿ ਪੜ੍ਹੀ ਕਦੇ ਨਹੀਂ। ਮੈਂ ਤਾਂ ਕਹਿੰਦਾ ਇੱਕ ਵਾਰੀ ਸੂਰਜ ਪ੍ਰਕਾਸ਼ ਜ਼ਰੂਰ ਪੜ੍ਹੋ, ਭਾਵੇਂ ਜਿੰਨੇ ਮਰਜ਼ੀ ਤੁਸੀਂ ਤਰਕਾਂ ਕੁਤਰਕਾਂ ਕਰ ਲਿਓ, ਪਰ ਇੱਕ ਵਾਰੀ ਪੜ੍ਹੋ ਤੁਸੀਂ ਸਾਰੇ, ਜਿਹੜੇ ਤਰਕਾਂ ਕੁਤਰਕਾਂ ਕਰਦੇ ਨੇ, ਜਾਂ ਸੁਣੋ ਧਿਆਨ ਦੇ ਨਾਲ। ਐਸੇ ਅਲੰਕਾਰ ਤੁਹਾਨੂੰ ਭਾਈ ਸੰਤੋਖ ਸਿੰਘ ਦੇ ਇਤਿਹਾਸ ਵਿੱਚੋਂ ਮਿਲਣਗੇ। ਅਜੇ ਤੱਕ ਦੁਨੀਆ ਦੇ ਉੱਪਰ ਕੋਈ ਐਸਾ ਕਵੀ ਨਹੀਂ ਪੈਦਾ ਹੋਇਆ ਗੁਰੂ ਸਾਹਿਬ ਜੀ ਤੋਂ ਬਿਨਾਂ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, 10 ਪਾਤਸ਼ਾਹੀਆਂ ਤੋਂ ਬਿਨਾਂ। ਭਾਈ ਸੰਤੋਖ ਸਿੰਘ ਜੀ ਨੇ ਜਿਹੜਾ ਇਤਿਹਾਸ ਲਿਖਿਆ, ਇਤਿਹਾਸ ਲਿਖਣ ਦੇ ਵਿੱਚ ਕੋਈ ਐਸਾ ਕਵੀ ਨਹੀਂ ਪੈਦਾ ਹੋਇਆ ਜਿਹਨੇ ਐਸੇ ਮਹਾਨ ਅਲੰਕਾਰ ਦੇ ਕੇ, ਕਿੰਨੇ ਪ੍ਰਮਾਣ ਦੇ ਕੇ ਤੇ ਇੱਕ ਗੱਲ ਕੀਤੀ ਹੈ ਕਿ ਸਿੱਖ ਮੋਹ ਨੂੰ ਮਾਰ ਲੈਂਦਾ ਹੈ। ਸਿੱਖ ਐਵੇਂ ਹੀ ਮੋਹ ਨੂੰ ਮਾਰ ਲੈਂਦਾ ਹੈ। ਜਿਵੇਂ ਇੰਦਰ ਪਹਾੜ ਉੱਤੇ, ਵਿਸ਼ਨੂੰ ਚੱਕਰ ਜਿਵੇਂ ਵਿਰੋਧੀਆਂ ਉੱਤੇ ਭਾਰੂ ਹੈ, ਇੰਝ ਹੀ ਗੁਰੂ ਦਾ ਸਿੱਖ ਮੋਹ ਉੱਤੇ ਭਾਰੂ ਹੈ, ਭਾਵ ਬਲਵਾਨ ਹੈ, ਕਿਉਂਕਿ ਸਿੱਖ ਮੋਹ ਨੂੰ ਮਾਰ ਕੇ ਵਾਹਿਗੁਰੂ ਦੀ ਖੁਸ਼ੀ ਹਾਸਲ ਕਰਦਾ ਹੈ। ਅੱਗੇ ਸਰਵਣ ਕਰੋ ਪਿਆਰ ਸਤਿਕਾਰ ਸਹਿਤ। ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪ੍ਰਸੰਗ ਆਰੰਭ ਹੋਇਆ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਕਥਾ ਸੁਣਾ ਰਹੇ ਹਨ। ਦੋਹਰਾ ਕਹਿ ਬਾਲਾ ਸ੍ਰੀ ਗੁਰੂ ਜੀ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਸੁਣੋ ਕਥਾ ਇਤਿਹਾਸ। ਸਤਿਗੁਰੂ ਨਾਨਕ ਦੇਵ ਜੀ ਦਾ ਜੀਵਨ ਇਤਿਹਾਸ ਸੁਣੋ। ਹਾਂਜੀ। ਜਿਸ ਭਾਂਤ ਹਰ ਖੇਲ ਹੀ ਕਟਤ ਸੋ ਕਲਮਲ ਦਾਸ। ਜਿਸ ਢੰਗ ਨਾਲ ਪਾਪ ਦਾ ਨਾਸ਼ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਨੇ ਜੀਵਨ ਲੀਲਾ ਦੀ ਖੇਡ ਖੇਡੀ, ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ ਸੁਣੋ। ਸਵਈਆ ਬਾਲਕ ਸੋ ਮਿਲ ਖੇਲਤ ਖੇਲਨ ਲਾਲ ਬਿਲੋਕਤ ਤਾਤ ਦੁਲਾਰੇ। ਜਦ ਦੂਸਰੇ ਬਾਲਕਾਂ ਨਾਲ ਖੇਡਾਂ ਖੇਡਦੇ ਹਨ ਤਾਂ ਪਿਤਾ ਮਹਿਤਾ ਕਾਲੂ ਜੀ ਆਪਣੇ ਦੁਲਾਰੇ ਲਾਲ ਨੂੰ ਵੇਖ ਕੇ ਬੜੇ ਪਿਆਰ ਨਾਲ ਵੇਖਦੇ ਹਨ। ਸੁੰਦਰ ਭੂਖਨ ਚੀਰ ਸਰੀਰ ਧਰੇ ਤਲਵੰਡੀ ਕੀ ਬੀਥੀ ਬਿਹਾਰੈ। ਸੁੰਦਰ ਗਹਿਣੇ ਅਤੇ ਵਸਤਰ ਮੇਰੇ ਮਾਲਕ ਨੇ ਪਾਏ ਹੋਏ ਨੇ, ਤਲਵੰਡੀ ਕਸਬੇ ਦੀਆਂ ਰੌਣਕਾਂ ਨੂੰ ਵਧਾ ਰਹੇ ਨੇ ਸੱਚੇ ਪਾਤਸ਼ਾਹ। ਹਾਂਜੀ। ਦੌਰ ਚਲੇ ਕਬ ਬੈਸ ਰਹਿ ਕਬ ਹੂੰ ਮਦਰੇ ਮੁਖ ਬੈਨ ਉਚਾਰੈ। ਬਾਲ ਲੀਲਾ ਕਰਦੇ ਕਰਦੇ ਸੱਚੇ ਪਾਤਸ਼ਾਹ ਕਦੀ ਭੱਜਦੇ ਨੇ ਆਪਣੇ ਚਰਨ ਕਮਲਾਂ ਦੇ ਨਾਲ, ਕਦੀ ਬੈਠਦੇ ਰਹਿੰਦੇ ਹਨ,
ਕਦੀ ਸੁੰਦਰ ਮੁਖ ਤੋਂ ਮਿੱਠੇ ਬਚਨਾਂ ਦਾ ਉਚਾਰਨ ਕਰਦੇ ਹਨ। ਭੋਜਨ ਮਾਤ ਤੇ ਲੇਕਰ ਖਾਤ ਖਵਾਵਤ ਹੇਰਤ ਹੋ ਬਲਹਾਰ। ਮਾਤਾ ਜੀ ਪਾਸੋਂ ਭੋਜਨ ਲੈ ਕੇ ਖਾਂਦੇ ਹਨ, ਮਾਤਾ ਜੀ ਭੋਜਨ ਖਵਾਉਂਦੇ ਹਨ, ਵੇਖ ਵੇਖ ਕੇ ਬਲਹਾਰ ਜਾਂਦੇ ਹਨ। ਇੱਕ ਬਾਸਰ ਕਾਲੂ ਵਿਚਾਰ ਕੀਓ ਪੜਨੇ ਬਿਨ ਨਾਨਕ ਬੈਸ ਬਹਾਏ। ਇੱਕ ਦਿਨ ਮਹਿਤਾ ਕਾਲੂ ਜੀ ਨੇ ਵਿਚਾਰ ਕੀਤੀ ਕਿ ਪੜਨ ਤੋਂ ਬਗੈਰ ਸ਼੍ਰੀ ਨਾਨਕ ਆਪਣੀ ਉਮਰ ਗਵਾ ਰਹੇ ਹਨ। ਕੌਣ ਸੀਕਾਰ ਕਰੇ ਗੁਜਰਾਨ ਕਹਾਂ ਕਰਕੇ ਧਨ ਲੇਹ ਕਮਾਏ। ਕਿਹੜਾ ਕੰਮ ਇਹ ਕਰੇ ਜਿਸ ਨਾਲ ਰੁਜ਼ਗਾਰ ਵੀ ਲੱਗ ਜਾਵੇ ਤੇ ਧਨ ਦੀ ਵੀ ਕਮਾਈ ਹੋ ਜਾਵੇ। ਸਾਰੇ ਮਾਂ-ਬਾਪ ਇਹ ਸੋਚਦੇ ਨੇ ਆਪਣੇ ਬੱਚਿਆਂ ਬਾਰੇ, ਆਪਣੇ ਹਰ ਇੱਕ ਮਾਂ-ਬਾਪ ਆਪਣੇ ਬੱਚਿਆਂ ਬਾਰੇ ਅਜਿਹੀ ਵਿਚਾਰ ਰੱਖਦੇ ਨੇ ਕਿ ਕਿਹੜਾ ਰੁਜ਼ਗਾਰ ਇਹਨੂੰ ਸ਼ੁਰੂ ਕਰਕੇ ਦਈਏ ਜਿਹਦੇ ਨਾਲ ਇਹ ਧਨ ਵੀ ਕਮਾਵੇ ਤੇ ਧਨ ਕਮਾਉਣ ਦੇ ਨਾਲ ਸੋਭਾ ਵੀ ਪਾਵੇ। ਹਾਂਜੀ। ਨਿਜਕਾਰ ਕਿਰੀਤ ਬਿਨਾ ਨਾ ਬਨੇ ਕ੍ਰਿਤ ਜੇਕਰ ਹੈ ਜਗ ਨਿੰਦ ਅਲਾਏ। ਨਿੱਜੀ ਕਾਰ ਵਿਹਾਰ ਤੋਂ ਬਗੈਰ ਕਿਰਤ ਕਮਾਈ ਨਹੀਂ ਹੋ ਸਕਦੀ। ਜੱਗ ਵਿੱਚ ਇਹੋ ਰਹੁ ਰੀਤੀ ਚੱਲੀ ਆਉਂਦੀ ਹੈ। ਅਬ ਮੋਕੋ ਜੋਗ ਪੜਾਵਨ ਹੈ ਵੱਡ ਹੋਏ ਜਬੈ ਨਾ ਪੜਿਓ ਤਬ ਜਾਏ। ਹੁਣੇ ਹੀ ਚੰਗਾ ਮੌਕਾ ਹੈ, ਚੰਗੀ ਪੜ੍ਹਾਈ ਕਰਵਾਈ ਜਾਵੇ, ਵੱਡਿਆਂ ਹੋ ਕੇ ਤਦ ਪੜ੍ਹਿਆ ਨਹੀਂ ਜਾ ਸਕਦਾ। ਲੈ ਸੁਤ ਨਾਨਕ ਸੰਗ ਚਲਿਓ ਜਹੈ ਪਾਰਸੀ ਬਾਲ ਪੜੇ ਮਿਲ ਬ੍ਰਿੰਦਾ। ਮਹਿਤਾ ਕਾਲੂ ਜੀ ਸ਼੍ਰੀ ਨਾਨਕ ਦੇਵ ਜੀ ਨੂੰ ਉੱਥੇ ਲੈ ਕੇ ਚਲੇ ਗਏ ਜਿੱਥੇ ਬੱਚੇ ਇਕੱਠੇ ਬੈਠ ਕੇ ਫਾਰਸੀ ਪੜ੍ਹਦੇ ਸਨ। ਫਾਰਸੀ ਹੁਣ ਮੌਲਾਣੇ ਦੇ ਕੋਲ ਲੈ ਕੇ ਗਏ ਨੇ ਮਹਿਤਾ ਕਾਲੂ ਜੀ। ਵੈਸੋ ਮਿਲਾਨੇ ਕੇ ਜਾਇਮ ਸਮੀਪ ਕਹੇ ਹਿਤ ਸੋ ਬਚ ਆਰਤ ਮੰਦਾ। ਉਹ ਮੌਲਵੀ ਦੇ ਕੋਲ ਜਾ ਕੇ ਬਹਿ ਗਏ ਤੇ ਦਰਦ ਵਾਲੇ ਸ਼ਬਦ ਬੜੇ ਹਿੱਤ ਨਾਲ ਕਹੇ ਮੌਲਵੀ ਜੀ ਨੂੰ ਮਹਿਤਾ ਕਾਲੂ ਜੀ ਨੇ। ਮੈਂ ਸੁਤ ਹੇਤ ਸੁਦੇਹੋ ਪੜਾਏ ਪੜੈ ਇਹੋ ਤੂਰਨ ਹੈ ਮਤਵੰਦਾ। ਮੇਰੇ ਪੁੱਤਰ ਨੂੰ ਬੜੇ ਪਿਆਰ ਨਾਲ ਫਾਰਸੀ ਪੜ੍ਹਾ ਦੇਵੋ, ਇਹ ਬੜਾ ਬੁੱਧੀਮਾਨ ਹੈ। ਰੋਜ਼ ਭਲੋ ਮੁਝ ਦੇਹੋ ਬਤਾਏ ਬੈਸਾਵੋ ਆਨ ਪੜੇ ਤੋ ਆਨੰਦਾ। ਰੋਜ਼ ਇਸ ਦੀ ਪੜ੍ਹਾਈ ਬਾਰੇ ਮੈਨੂੰ ਦੱਸਦੇ ਰਹਿਣਾ। ਮਹਿਤਾ ਕਾਲੂ ਜੀ ਕਹਿੰਦੇ ਮੌਲਵੀ ਜੀ ਨੂੰ ਇਸ ਨੂੰ ਆਪਣੇ ਪਾਸ ਬਿਠਾਓ ਜਿਹੜਾ ਇਹ ਖੁਸ਼ੀ ਖੁਸ਼ੀ ਪੜ੍ਹ ਸਕੇ। ਬੇਤ ਬੈਨ ਜੋ ਮਲਾਨੇ ਪਨੇ ਸੁਬਹ ਦਿਵਸ ਭਲੋ ਮਕਤਬ ਮਾਹੀ। ਮਹਿਤਾ ਕਾਲੂ ਜੀ ਕਹਿਣ ਲੱਗੇ, ਮਹਿਤਾ ਕਾਲੂ ਜੀ ਗੱਲ ਸੁਣ ਕੇ ਬੈਨ ਜੋ ਮੌਲਾਨੇ ਭਨੇ ਸੁਬਹ ਦਿਵਸ ਭਲੋ ਮਕਤਬ ਮਾਹੀ ਫਰੂਜ਼ੰਦ ਕੋ ਬਿਠਾਈ। ਮਕਤਬ ਦੇ ਅਰਥ ਨੇ ਮਦਰਸਾ। ਮਹਿਤਾ ਕਾਲੂ ਦੀ ਗੱਲ ਸੁਣ ਕੇ ਮੌਲਵੀ ਨੇ ਕਿਹਾ ਕੱਲ ਚੰਗਾ ਦਿਨ ਹੈ, ਇਸ ਲਈ ਬਾਲਕ ਨੂੰ ਕੱਲ ਸਵੇਰੇ ਮਦਰਸੇ ਵਿੱਚ ਪੜ੍ਹਨੇ ਪਾ ਦੇਵੋ। ਹੇਤ ਸੋ ਪੜਾਉ ਨਾ ਖਿਲਾਫ ਤੁਝ ਸੰਗ ਗਾਉ ਹੇਰ ਹੋਸ਼ ਵਾਂਦੇ ਅਬ ਧਾਮ ਨਿਜ ਜਾਈਏ। ਮੈਂ ਬੜੇ ਪਿਆਰ ਨਾਲ ਪੜਾਵਾਂਗਾ, ਕੋਈ ਉਲਟੀ ਸਿੱਧੀ ਗੱਲ ਨਹੀਂ ਹੋਵੇਗੀ। ਮੈਂ ਵੇਖ ਲਿਆ ਤੁਹਾਡਾ ਪੁੱਤਰ ਬੜਾ ਸਿਆਣਾ ਹੈ। ਮੌਲਵੀ ਕਹਿ ਰਿਹਾ ਹੈ ਮਹਿਤਾ ਕਾਲੂ ਜੀ ਨੂੰ। ਕਾਲੂ ਤਬ ਗਇਓ ਰਹਿਣ ਭਾਈ ਖਾਨ ਪਾਨ ਕੀਓ ਭੋਰ ਸੋ ਬਹੋਰ ਉਠ ਦੇਖਿਓ ਸੁਖਦਾਈਐ। ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ ਹੁਣ ਤੁਸੀਂ ਆਪਣੇ ਘਰ ਜਾਵੋ। ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਲੈ ਕੇ ਘਰ ਚਲੇ ਗਏ। ਖਾ ਪੀ ਕੇ ਰਾਤ ਨੂੰ ਸੌਂ ਗਏ। ਜਦ ਸਵੇਰ ਹੋਈ ਸੁੱਖਾਂ ਦੇ ਦਾਤੇ ਨੂੰ ਵੇਖਿਆ। ਨਾਨਕ ਕੋ ਸੰਗ ਲੈ ਬੈਨ ਸੋ ਦਿਲਾਸੋ ਦੇ ਪੜੋ ਕਰ ਪ੍ਰੀਤ ਨੀਤ ਕਤੋ ਨ ਧਾਈ। ਫਿਰ ਸ਼੍ਰੀ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਿਲਾਸਾ ਦੇ ਕੇ ਕਿਹਾ ਕਿ ਬੜੇ ਪ੍ਰੇਮ ਨਾਲ ਪੜ੍ਹਾਈ ਕਰੋ, ਕਿਸੇ ਹੋਰ ਪਾਸੇ ਨਹੀਂ ਜਾਣਾ ਹੈ। ਮਕਤਬ ਆਏ ਏਕ ਕਾਰ ਖੇਕ ਦੀਨੋ ਕਾਲੂ ਕਸ਼ਕ ਮਠਾਈ ਬਾਂਟ ਪਟੀਆ ਲਖਾਈ ਹੈ। ਮਹਿਤਾ ਕਾਲੂ ਜੀ ਨੇ ਮਦਰਸੇ ਵਿੱਚ ਆ ਕੇ 1 ਰੁਪਈਆ ਮੌਲਵੀ ਨੂੰ ਦੇ ਦਿੱਤਾ ਤੇ ਕੁਝ ਮਠਿਆਈ ਵੰਡ ਕੇ ਫਾਰਸੀ ਦੀ ਪੱਟੀ ਲਿਖਵਾਈ ਹੈ। ਮੁੱਲਾ ਨੇ ਕਲਮ ਗਏ ਅਵਲ ਅਲਫ ਲਿਖ ਬਹਰੋ ਸਿਰਫ ਸੋ ਸਭ ਹੀ ਪੜ੍ਹਾਈ ਹੈ। ਮੁੱਲਾ ਜੀ ਨੇ ਕਲਮ ਲੈ ਕੇ ਅਵਲ ਅਲਫ ਪਹਿਲਾ ਅੱਖਰ ਲਿਖਿਆ ਫਾਰਸੀ ਦਾ। ਫਿਰ ਸ਼ਿਹਰਫੀ ਫਾਰਸੀ ਦੀ 35 ਜਿਹੜੀ ਹੁੰਦੀ, ਜਿਵੇਂ ਗੁਰਮੁਖੀ ਦੀ 35 ਊੜਾ ਐੜਾ ਹੈ ਨਾ, ਇਵੇਂ ਫਾਰਸੀ ਦੀ ਅਰਥੀ ਸ਼ਿਹਰਫੀ ਫਾਰਸੀ ਦੀ 35। ਸ਼ਿਹਰਫੀ ਦੇ ਅਰਥ ਨੇ 35। ਸਾਰੀ ਪੜ੍ਹਾਈ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਮੁੱਲਾ ਕੇ ਕਹਿਨ ਮੈਂ ਦੇਰ ਕਛ ਲਾਗੇ ਮਾਨੋ ਨਾਨਕ ਕੀ ਰਸਨ ਮੈਂ ਦੇਰ ਹੂੰ ਨਾ ਪਾਈ ਹੈ। ਮੁੱਲਾ ਦੇ ਕਹਿਣ ਵਿੱਚ ਦੇਰ ਲੱਗਦੀ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੁੱਲਾ ਦੀ 35 ਉਚਾਰਨ ਕਰਦਾ, ਉਸ ਵਿੱਚ ਕੁਝ ਦੇਰ ਲੱਗਦੀ ਹੈ, ਪਰ ਨਿਰੰਕਾਰ ਪਿਤਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਿਸੇ ਦੇਰ ਤੋਂ ਬਗੈਰ ਝੱਟ ਹੀ ਪੜ ਜਾਂਦੇ ਨੇ।
ਹਾਂਜੀ। ਭਇਓ ਵਿਸਮਾਦ ਇਹ ਪੜਿਓ ਕਹੂੰ ਆਦ ਮੋਤੇ ਮੂੰਹ ਸੇ ਸਬਕ ਪੜੇ ਜਾਣੇ ਹੂੰ ਨ ਜਾਈ। ਮੌਲਵੀ ਵੇਖ ਕੇ ਬਹੁਤ ਹੈਰਾਨ ਹੋਇਆ, ਕਹਿਣ ਲੱਗਾ ਇਹ ਤਾਂ ਪਹਿਲਾਂ ਪੜ੍ਹਿਆ ਹੀ ਪੜਾਇਆ ਆਇਆ ਹੋਇਆ ਹੈ, ਮੈਥੋਂ ਤਾਂ ਸਬਕ ਪੜਾਇਆ ਹੀ ਨਹੀਂ ਜਾ ਰਿਹਾ। ਮੇਰੇ ਮੂੰਹ ਵਿੱਚ ਅਜੇ ਗੱਲ ਹੁੰਦੀ ਹੈ, ਮੂੰਹ ਵਿੱਚ ਅਜੇ ਪੜ੍ਹਾਈ ਹੁੰਦੀ ਹੈ, ਮੂੰਹ ਵਿੱਚ ਅਜੇ 35 ਹੁੰਦੀ ਤੇ ਪਹਿਲਾਂ ਹੀ ਪੜ੍ਹ ਦਿੰਦਾ। ਇਹ ਤਾਂ ਪਹਿਲਾਂ ਹੀ ਪੜ੍ਹਿਆ ਪੜਾਇਆ ਆਇਆ ਹੈ। ਮੁਸਕਲ ਪਾਰਸੀ ਆਸਾਨ ਪੜੇ ਤਤਕਾਲ ਬਾਲਕ ਕੀ ਬੈਸ ਬੁੱਧ ਬ੍ਰਿਧ ਹੂੰ ਕੀ ਦੇਖੀਏ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੁਸ਼ਕਿਲ ਪਾਰਸੀ ਆਸਾਨ ਪੜੇ ਤਾਤਕਾਲ। ਜਿਹੜੀ ਪਾਰਸੀ ਫਾਰਸੀ ਹੈ ਨਾ, ਇਹ ਬੜੀ ਆਸਾਨੀ ਨਾਲ ਪੜ੍ਹ ਰਿਹਾ ਤੇ ਹੈ ਬੜੀ ਮੁਸ਼ਕਿਲ ਹੈ ਪੜ੍ਹਨ ਦੇ ਵਿੱਚ। ਬਾਲਕ ਕੀ ਬੈਸ, ਬੈਸ ਤੋਂ ਭਾਵ ਉਮਰ, ਛੋਟਾ ਜਿਹਾ ਬਾਲਕ। ਬ੍ਰਿਧ ਹੂੰ ਕੀ ਦੇਖੀਏ, ਇਹ ਬਾਲਕ ਵੱਡਿਆਂ ਵਾਲੀ ਅਕਲ ਲੈ ਕੇ ਬੈਠਾ ਹੈ। ਜੇਰ ਜੇਰ ਤੇ ਜਬਰ ਔਰ ਮਾਇਨੇ ਕਿਤਾ जेर ते जबर और मायने किताबन के दफ्तर लेखा जमा खर्च वसेखी है। एक कवित है भाजी, ਇਹਨੂੰ ਪਹਿਲਾਂ ਰਟਨ ਕਰਨਾ ਪੈਂਦਾ ਹੈ, ਪਹਿਲਾਂ ਇਹਦੀ ਮਿਹਨਤ ਕਰਨੀ ਪੈਂਦੀ ਹੈ। ਪੜ੍ਹਨ ਤੋਂ ਪਹਿਲਾਂ ਅੱਧਾ ਪੌਣਾ ਘੰਟਾ ਇਹਦੀ ਤੁਸੀਂ ਕਰਿਆ ਕਰੋ। जेर ते जबर और मायने किताबन के दफ्तर लेखा जमा खर्च वसेखी है। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਜੇਰ ਸਿਹਾਰੀ, ਜਿਵੇਂ ਗੁਰਮੁਖੀ ਦੇ ਵਿੱਚ ਸਿਹਾਰੀ ਹੈ ਨਾ, ਤੇ ਜ਼ਬਰ ਮੁਕਤਾ। ਫਾਰਸੀ ਦੇ ਵਿੱਚ ਜ਼ੇਰ ਸਿਹਾਰੀ ਨੂੰ ਕਿਹਾ ਜਾਂਦਾ ਹੈ, ਜ਼ਬਰ ਨੂੰ ਕਿਹਾ ਜਾਂਦਾ ਹੈ, ਮੁਕਤੇ ਨੂੰ ਕਿਹਾ ਜਾਂਦਾ ਹੈ ਜ਼ਬਰ, ਸਿਹਾਰੀ ਨੂੰ ਜ਼ੇਰ ਕਿਹਾ ਜਾਂਦਾ ਹੈ। ਅਤੇ ਕਿਤਾਬ ਦੇ ਅਰਥ ਤੇ ਸ਼ਾਸਤਰੀ ਦਫ਼ਤਰੀ ਲੇਖੇ ਦੇ ਜਮ੍ਹਾਂ ਖਰਚ ਨੂੰ ਭਲੀ ਭਾਂਤ ਜਾਣਦਾ ਹੈ। ਮੌਲਵੀ ਜੀ ਸੋਚ ਰਿਹਾ ਹੈ, 10 ਸਾਲ ਕੇ ਬਸਾਲ ਬਾਲ ਵੈਸੇ ਜੋ ਪੜੇ ਨਾ ਸਮਾਨ ਇਸ ਕੋ ਵੇਖੀਏ। 10 ਸਾਲਾਂ ਦੇ ਵੱਡੇ ਵੱਡੇ ਬੱਚੇ ਬੈਠੇ ਨੇ ਇੱਥੇ। ਮੌਲਵੀ ਕਹਿ ਰਿਹਾ ਹੈ ਕਿ 10 ਸਾਲਾਂ ਦੇ ਵੱਡੇ ਵੱਡੇ ਬੱਚੇ ਬੈਠੇ ਹਨ, ਪਰ ਇਸ ਦੇ ਬਰਾਬਰ ਨਹੀਂ ਪੜ੍ਹ ਸਕਦੇ, ਇਸ ਬਾਲਕ ਦੇ ਬਰਾਬਰ ਨਹੀਂ ਪੜ੍ਹ ਸਕਦੇ। ਭਾਵੇਂ 10 12 ਸਾਲਾਂ ਦੇ ਬੱਚੇ ਬੈਠੇ ਹਨ ਤੇ ਲੰਮਾ ਸਮਾਂ ਹੋ ਗਿਆ ਉਹਨਾਂ ਨੂੰ ਪੜ੍ਹਦਿਆਂ ਨੂੰ। ਹਾਂਜੀ। ਮਨੁੱਖ ਕੋ ਕਾਮ ਨੈ ਔਲੀਆ ਅਵਤਾਰ ਕੋ ਲੱਖ ਸੋ ਅਲਖ ਜਾਂ ਕੇ ਲੇਖ ਹੈ ਅਲੇਖੀਏ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਨੁੱਖ ਕੋ ਕਾਮ ਨ ਹੈ। ਮੌਲਵੀ ਕਹਿਣ ਲੱਗਾ ਇਹ ਬੰਦਿਆਂ ਵਾਲਾ ਕੰਮ ਨਹੀਂ ਹੈ, ਇਹ ਔਲੀਆ ਅਵਤਾਰ ਕੋ, ਇਹ ਤਾਂ ਕੋਈ ਔਲੀਆ ਅਵਤਾਰ ਹੈ, ਬੰਦਾ ਨਹੀਂ। ਇਹ ਬੰਦਿਆਂ ਵਾਂਗੂ ਤਾਂ ਗੱਲ ਹੀ ਨਹੀਂ ਕਰ ਰਿਹਾ, ਬੰਦਿਆਂ ਵਾਂਗੂ ਤਾਂ ਪੜ੍ਹ ਹੀ ਨਹੀਂ ਰਿਹਾ, ਇਹ ਤਾਂ ਅਵਤਾਰਾਂ ਵਾਂਗੀ ਬੋਲੀ ਬੋਲ ਰਿਹਾ। ਮਨੁੱਖ ਕੋ ਕਾਮ ਨ ਹੈ ਔਲੀਆ ਅਵਤਾਰ ਕੋ, ਲੱਖ ਸੋ ਲੱਖ ਜਾ ਕੇ ਲੇਖ ਹੈ ਅਲੇਖੀਐ। ਇਹ ਤਾਂ ਕੋਈ ਔਲੀਆ ਅਵਤਾਰ ਹੈ, ਇਸ ਦਾ ਕੋਈ ਅੰਤ ਨਹੀਂ, ਇਸ ਦੇ ਲੇਖਾ ਰਹਿਤ ਹਨ। ਹਾਂਜੀ। ਸਿਫਤ ਪ੍ਰਕਾਸ਼ ਪਈ ਕਾਲੂ ਸੁਤ ਬੁੱਧ ਰਾਸ ਪਾਰਸੀ ਇਲਮ ਜੋ ਕਠਨ ਸਿਖਿਓ ਵੇਖੀ। ਬੜੀ ਸਿਫਤ ਕੀਤੀ ਕਿ ਮਹਿਤਾ ਕਾਲੂ ਜੀ ਦੇ ਪੁੱਤਰ ਦੀ ਬੜੀ ਬੁੱਧੀ ਤੀਖਣ ਹੈ। ਫਾਰਸੀ ਇਲਮ ਨੂੰ ਜਿਹੜਾ ਬੜਾ ਔਖਾ ਹੈ, ਛੇਤੀ ਸਿੱਖ ਜਾਣਗੇ। ਆਏ ਮੁਖ ਦੇਖਿਆ ਕਰੇ ਇਲਮ ਪਰਖੈ ਨਰ ਸੁਨ ਸੁਨ ਬੈਨ ਕੋ ਬਸਾਲ ਬਿਸਮੇ ਗਹੀ। ਉਹ ਆ ਕੇ ਆਪਣੇ ਪੁੱਤਰ ਆਪਣੇ ਮੂੰਹ ਨਾਲ ਵੇਖਦੇ ਤੇ ਪ੍ਰੀਖਿਆ ਲੈਂਦੇ ਹਨ। ਗੁਰੂ ਜੀ ਦੇ ਵਿਸ਼ਾਲ ਬਚਨ ਸੁਣ ਸੁਣ ਕੇ ਬਹੁਤ ਹੈਰਾਨ ਹੁੰਦੇ ਹਨ। ਮਿਲਤ ਪਰਸ ਪਰ ਕਰਤ ਸੁਰਸ ਜਬਰ ਬੈਸ ਲਗ ਦੇਖੀਆ ਤੇ ਸੇ ਮੁਖ ਵਸੇਖ। ਬਾਰ ਮਿਲਦੇ ਹਨ, ਸ੍ਰੇਸ਼ਟ ਜਸ ਕਰਦੇ ਹਨ, ਵੱਡੀ ਬੁੱਧੀ ਵਾਲੇ ਨੂੰ ਕੋਲ ਬੈਠ ਕੇ ਵੇਖਦੇ ਹਨ। ਬਦਰ ਬਚਨ ਸੁਨ ਹਿੰਦੂ ਤੁਰਕ ਸਭ ਪ੍ਰੀਤ ਕਰ ਰਿਦ ਹਰ ਖਵਾਨ ਨਾ ਅਦੇ। ਹਿੰਦੂ ਤੇ ਮੁਸਲਮਾਨ ਗੁਰੂ ਜੀ ਦੇ ਮਿੱਠੇ ਬਚਨ ਸੁਣ ਕੇ ਹਿਰਦੇ ਵਿੱਚ ਬਹੁਤ ਪ੍ਰੀਤ ਧਾਰਨ ਕਰਦੇ ਹਨ, ਖੁਸ਼ ਹੁੰਦੇ ਹਨ, ਦੁਖੀ ਨਹੀਂ ਹੁੰਦੇ। ਮਦਰ ਬਚਨ ਸੁਨ ਹਿੰਦੂ ਤੁਰਕ ਸਭ, ਹਿੰਦੂ ਤੇ ਤੁਰਕ ਮੁਸਲਮਾਨ, ਪ੍ਰੀਤ ਕਰ ਰਿਦ ਹਰ ਖਾਵ ਨਾ ਉਦੇਗ ਹੀ। ਉਦੇਗ ਤੋਂ ਭਾਵ ਦੁਖੀ ਨਹੀਂ ਹੁੰਦੇ, ਖੁਸ਼ ਹੁੰਦੇ ਨੇ। ਗੁਰੂ ਨਾਨਕ ਸਾਹਿਬ ਜੀ ਦੇ ਮਦਰ ਬਚਨ ਸੁਣ ਕੇ ਹਿੰਦੂ ਤੇ ਮੁਸਲਮਾਨ। ਮ੍ਰਿਦਲ ਮਦਰ ਮੁਖ ਬੋਲਤ ਹੈ ਬੈਨ ਮਾਨੋ ਦੇਤ ਉਪਦੇਸ਼ ਰਿਖ ਦੇਖ ਸਿੱਖ ਆਪਣੇ। ਗੁਰੂ ਜੀ ਆਪਣੇ ਸੁੰਦਰ ਮੁਖ ਤੋਂ ਬੜੇ ਮਿੱਠੇ ਬਚਨ ਇੰਜ ਬੋਲਦੇ ਹਨ ਜਿਵੇਂ ਰਿਖੀ ਮੁਨੀ ਆਪਣੇ ਚੇਲਿਆਂ ਨੂੰ ਉਪਦੇਸ਼ ਕਰ ਰਹੇ ਹੋਣ।
ਮੁਨੀ ਦੇ ਅਰਥ ਨੇ ਮੌਨ ਧਾਰ ਕਰ ਲੈਣਾ। ਜਿਹੜਾ ਰਿਖੀ ਹੈ ਨਾ, ਰਿਖੀ ਮੁਨੀ ਇਸ ਕਰਕੇ ਕਿਹਾ ਜਾਂਦਾ ਹੈ ਕਿ ਉਹ ਚੁੱਪ ਹੋ ਜਾਂਦਾ ਹੈ। ਜਿਹੜਾ ਰਿਸ਼ੀ ਹੁੰਦਾ ਹੈ ਨਾ, ਉਹ ਚੁੱਪ ਹੋ ਜਾਂਦਾ ਹੈ। ਮੁਨੀ ਤਾਂ ਕਿਹਾ ਕਿ ਮੌਨ ਹੋ ਜਾਂਦਾ ਹੈ। ਪਰਮਾਤਮਾ ਦੀ ਵਿਸਮਾਦ ਲੀਲਾ ਨੂੰ ਵੇਖ ਕੇ ਉਹਦਾ ਜ਼ਬਾਨ ਵੀ ਚੁੱਪ ਹੋ ਜਾਂਦੀ, ਅੰਦਰ ਵੀ ਚੁੱਪ ਹੋ ਜਾਂਦਾ। ਭਾਵ ਕਿ ਵਿਸ਼ੇ ਵਿਕਾਰਾਂ ਵੱਲੋਂ, ਸੰਸਾਰ ਦੇ ਮਾਇਕ ਪਦਾਰਥਾਂ ਵੱਲੋਂ, ਸੰਸਾਰ ਦੇ ਹੋਰ ਧੰਦੇ ਧੰਦੇੜਿਆਂ ਵੱਲੋਂ, ਸੰਸਾਰ ਦੇ ਰੌਲੇ ਗੋਲੇ ਵੱਲੋਂ ਉਹ ਚੁੱਪ ਹੋ ਜਾਂਦਾ। ਤਾਂ ਰਿਖੀ ਮੁਨੀ ਕਿਹਾ ਹੈ। ਕਹਿੰਦੇ ਰਿਖੀ ਮੁਨੀ ਆਪਣੇ ਚੇਲਿਆਂ ਨੂੰ ਉਪਦੇਸ਼ ਕਰ ਰਹੇ ਹੋਣ, ਐਵੇਂ ਲੱਗਦੇ ਨੇ ਸੱਚੇ ਪਾਤਸ਼ਾਹ ਜਦੋਂ ਮੁਖ ਤੋਂ ਮਿੱਠੇ ਬਚਨ ਬੋਲਦੇ ਹਨ। ਫਾਰਸੀ ਸੋ ਮਿਲੀ ਜੋ ਨਾਮ ਕੇ ਭਜਨ ਸੰਗ, ਗੰਗ ਜੈਸੀ ਬਾਣੀ ਕਲ ਕਲ ਮਲ ਖਪਨੇ। ਘਰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਾਰਸੀ ਨੂੰ ਇੰਝ ਪੜ੍ਹਦੇ ਹਨ, ਮਾਨੋ ਨਾਮ ਦਾ ਭਜਨ ਕਰ ਰਹੇ ਹਨ, ਤਾਂ ਕਿ ਇਲਾਹੀ ਬਾਣੀ ਕਲਯੁਗ ਵਿੱਚ ਪਾਪ ਨਾਸ਼ਕ ਹੋਵੇ। ਪੰਡਤ ਜਯੋ ਵਕਤਾ ਅਚੂਕ ਵਾਗ, ਪ੍ਰੇਮ ਮੈਂ ਸੁੰਦਰ ਸੁਖਦ ਜੋ ਜੋਗ ਨਰ ਜਾਪਨੇ। ਪੰਡਤ ਵਾਂਗ ਭੁੱਲ ਵਾਰਤਾ ਹਨ, ਅਭੁੱਲ ਵਕਤਾ ਹਨ, ਤੇ ਸੁਖ ਦੇਣ ਵਾਲੇ ਪ੍ਰੇਮਮਈ ਵਾਕ ਬੋਲਦੇ ਹਨ, ਜਿਵੇਂ ਕਿ ਕਾਬਲ ਤੇ ਯੋਗ ਵਿਅਕਤੀ ਜਾਪਦੇ ਹਨ। ਸੁਨੇ ਹਿਤ ਲਾਏ ਨੁਤ ਗਾਏ, ਘਰ ਜਾਏ ਨਰ ਕਲਾਵਾਨ, ਭਇਓ ਕਲ ਕੀਰਤ ਸੁਥਾਪਣੇ। ਤੇ ਗੁਰੂ ਜੀ ਦੇ ਕਹੇ ਵਾਕਾਂ ਨੂੰ ਬੜੇ ਪ੍ਰੇਮ ਨਾਲ ਜਿਹੜਾ ਵੀ ਸੁਣਦਾ ਹੈ, ਫਿਰ ਆਪਣੇ ਘਰ ਜਾ ਕੇ ਉਸਤਤ ਗਾਉਂਦਾ ਹੈ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ। ਕੀ ਕਹਿੰਦਾ ਹੈ ਕਿ ਕਲਯੁਗ ਵਿੱਚ ਕੀਰਤੀ ਸਥਾਪਨ ਕਰਨ ਵਾਸਤੇ ਅਵਤਾਰ ਧਾਰਿਆ ਹੈ। ਪਿਆਰ ਨਾਲ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਫਿਰ ਕਿਰਪਾ ਕਰੋ ਆਖੋ ਸਤਨਾਮ ਵਾਹਿਗੁਰੂ। ਕਲਯੁਗ ਵਿੱਚ ਕੀਰਤੀ ਸਥਾਪਨ ਕਰਨ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਹੈ। ਭੁੱਲਾਂ ਦੀ ਖਿਮਾ ਸਮਾਂ ਆਗਿਆ ਨਹੀਂ ਦਿੰਦਾ। ਇਸੇ ਸਵਈਏ ਦੇ ਇਸੇ ਹੀ ਅਧਿਆਏ ਦੇ ਵਿੱਚ ਅਗਲੇ ਸਮੇਂ ਅੰਦਰ ਆਪ ਜੀ ਸਰਵਣ ਕਰੋਗੇ ਪ੍ਰਸੰਗ ਅੰਦਰ, ਕਿਵੇਂ ਮੁੱਲਾਂ ਦਾ ਸਤਿਗੁਰੂ ਜੀ ਉਧਾਰ ਕਰਦੇ ਨੇ, ਭਲਾ ਕਰਦੇ ਨੇ। ਜਿਵੇਂ ਗੋਪਾਲ ਨਾਮੇ ਪਾਂਧੇ ਦਾ ਸਤਿਗੁਰਾਂ ਨੇ ਭਲਾ ਕੀਤਾ। ਆਓ ਬੜੇ ਪਿਆਰ ਨਾਲ ਅਖੀਰਲੀਆਂ ਪੰਕਤੀਆਂ ਪੜ੍ਹੀਏ। ਬੇਅੰਤ ਭੁੱਲਾਂ ਹੋਈਆਂ ਗੁਰੂ ਨਾਨਕ ਸਾਹਿਬ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅਦਨਾ ਜਿਹਾ ਸੇਵਕ ਜਾਣ ਕੇ ਬਖਸ਼ ਲੈਣੀਆਂ। ਪੰਡਤ ਜਿਉ ਵਕਤਾ ਅਚੂਕ ਵਾਕ, ਪ੍ਰੇਮ ਮੈਂ ਸੁੰਦਰ ਸੁਖਦ ਜੋ ਜੋਗ ਨਰ ਜਾਪਨੇ। ਸੁਨੇ ਹਿਤ ਲਾਏ ਨੁਤ ਗਾਏ, ਕਰ ਜਾਏ ਨਰ ਕਲਾਵਾਨ, ਭਇਓ ਕਲ ਕੀਰਤ ਸੁਥਾਪਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।